2015 ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕੀਤੀ ਸੀ ਰਾਮ ਰਹੀਮ ਦੇ ਤੇ ਇਹਦੇ ਚੇਲਿਆਂ ਨੇ। ਸਿੱਖੀ ਨੂੰ ਤੇ ਸਿੱਖਾਂ ਨੂੰ ਖਤਮ ਕਰਨ ਦੀ ਕੋਸ਼ਿਸ਼ ਕੀਤੀ, ਉਹ ਆਪ ਖਤਮ ਹੋਇਆ ਤੇ ਅੱਜ ਉਹਦਾ ਹਸ਼ਰ ਦੇਖੋ। ਰਾਮ ਰਹੀਮ ਦਾ ਵੀ ਇਹੀ ਹੋਇਆ। ਉਹਨੇ ਜਿੰਨੇ ਵੀ ਗੁਨਾਹ ਕਰਤੇ ਸੀਗੇ ਉਹ ਕਿਤੇ ਨਾ ਕਿਤੇ ਮਾਫ ਹੋ ਸਕਦੇ ਸੀ, ਪਰ ਜਿਹਨੇ ਉਹਨੇ ਗੁਰੂ ਨਾਲ ਇਹ ਕੁਛ ਕੀਤਾ ਹੈ, ਗੁਰੂ ਦੀ ਬੇਅਦਬੀ ਕੀਤੀ ਹੈ ਉਹ ਬੰਦੇ ਨੇ ਤੇ ਉਹਦੇ ਜਿਹੜੇ ਚੇਲਿਆਂ ਨੇ, ਕਿਵੇਂ ਐਡੀ ਵੱਡੀ ਗੱਲ ਨੂੰ ਉਹਨੇ ਕੀਤਾ ਤੇ ਫਿਰ ਉਹਨੇ ਮੌੜ ਬੰਬ ਬਲਾਸਟ ਕਰਾਇਆ ਉਸ ਬੰਦੇ ਨੇ। ਉਹਦਾ ਵੀ ਜਿਹੜੀ SIT ਨੇ ਉਹਦਾ ਜਿਹੜਾ ਕੱਢਿਆ ਉਹਦੇ ਵਿੱਚ ਵੀ ਉਹਦੇ ਜਿਹੜੇ ਅਮਰੀਕ ਤੇ ਕਾਲੇ ਵਰਗਿਆਂ ਨੇ ਤੇ ਉਦੋਂ ਰਾਮ ਰਹੀਮ ਨੇ ਉਹਨੂੰ ਬੰਬ ਬਲਾਸਟ ਕਰਾਇਆ। ਉਹਦੇ 7 ਬੰਦੇ ਵਿਚਾਰੇ ਬੇਗੁਨਾਹ ਮਾਰੇ ਗਏ ਸੀਗੇ। ਸਰਕਾਰ ਨੂੰ ਬੇਨਤੀ ਕਰਦਾ ਵੀ ਇਹਨੂੰ ਲਿਆ ਕੇ ਇੱਥੇ ਪੰਜਾਬ ਦੇ ਵਿੱਚ ਤੋਂ ਸਖਤੀ ਨਾਲ ਪੁੱਛ ਦੱਸ ਹੋਵੇ, ਕਿਉਂਕਿ ਹਰਿਆਣੇ 'ਚ ਕਿਸੇ ਨੇ ਪੁੱਛ ਦੱਸ ਨਹੀਂ ਹੋਣ ਦੇਣੀ। ਤੋਂ ਮੈਂ ਸਾਖਸ਼ਾਤ ਭਗਵਾਨ ਹੈ ਤੇ ਇਹ ਮੈਂ ਨਾ ਵੀ ਹਮੇਸ਼ਾ ਹੀ ਇਹ ਹਿੰਦੂਆਂ ਦਾ ਵੀ, ਮੁਸਲਮਾਨਾਂ ਦਾ ਵੀ, ਸਿੱਖਾਂ ਦਾ ਵੀ, ਹਰ ਇੱਕ ਦਾ ਇਹ ਜਿਹੜਾ ਹੈਗਾ ਦੋਸ਼ੀ ਬੰਦਾ ਇਹ। ਦੇਖੋ ਅੱਜ ਪੂਰੀ ਸਿੱਖ ਕੌਮ ਵਾਸਤੇ ਅੱਜ ਇੱਕ ਵਧੀਆ ਦਿਨ ਚੜ੍ਹਿਆ, ਜਿਹੜਾ ਕਿ ਅੱਜ ਸਾਨੂੰ ਇੱਕ ਇਨਸਾਫ ਦੀ ਕਰਨ ਤੇ ਇਨਸਾਫ ਮਿਲਿਆ ਵੀ ਹੈ, ਕਿਉਂਕਿ ਜੋ ਬੜੇ ਲੰਮੇ ਸਮੇਂ ਤੋਂ 2015 ਤੋਂ ਲੈ ਕੇ ਅੱਜ 2020 ਤੱਕ 5 ਸਾਲ ਹੋ ਗਏ ਜਿਹੜੀ ਅਸੀਂ ਉਡੀਕ ਕਰ ਰਹੇ ਸੀ ਇਨਸਾਫ ਵਾਸਤੇ, ਉਹਦਾ ਅੱਜ ਸਾਨੂੰ ਇਨਸਾਫ ਮਿਲਿਆ। ਦੇਖੋ ਇਹਦੀ ਜਿਹੜੀ ਸੀਗੀ 2015 ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕੀਤੀ ਸੀ ਰਾਮ ਰਹੀਮ ਦੇ ਤੇ ਇਹਦੇ ਚੇਲਿਆਂ ਨੇ। ਤੇ ਮੈਂ ਉਦੋਂ ਦਾ ਹੀ ਇਹ ਗੱਲ ਕਹਿ ਰਿਹਾ ਸੀ ਜਦੋਂ ਇਹਦੇ ਪੋਸਟਰ ਲੱਗ ਗਏ ਸੀ, ਇਹਨਾਂ ਨੇ ਲਾਤੇ ਸੀ, ਇਹਨਾਂ ਦੇ ਪ੍ਰੇਮੀਆਂ ਨੇ ਵੀ ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਚੋਰੀ ਕੀਤਾ, ਜੇ ਤੁਸੀਂ ਇਹਨੂੰ ਆਪਦੇ ਗੁਰੂ ਨੂੰ ਬਚਾ ਲਓ ਤਾਂ ਬਚਾ ਸਕਦੇ ਆ ਤਾਂ ਬਚਾ ਲਓ, ਤੇ ਨਹੀਂ ਅਸੀਂ ਇਹਦੀ ਬੇਅਦਬੀ ਕਰਾਂਗੇ। ਤੇ ਉਹਨਾਂ ਨੇ ਫਿਰ ਕੁਝ ਦਿਨਾਂ ਬਾਅਦ ਹੀ ਗੁਰੂ ਸਾਹਿਬ ਦੇ ਅੰਗਾਂ ਦੀ ਬੇਅਦਬੀ ਕਰਕੇ ਗਲੀਆਂ ਦੇ ਵਿੱਚ ਖਿਲਾਰੇ ਗਏ ਸੀਗੇ। ਤੇ ਉਸ ਟਾਈਮ ਤੋਂ ਹੀ ਮੈਂ ਜਿਹੜਾ ਇਹਦਾ ਰੌਲਾ ਪਾ ਰਿਹਾ ਸੀ ਪੂਰੇ ਨੈਸ਼ਨਲ ਚੈਨਲਾਂ ਤੇ ਸਾਰੇ ਕਾਸੇ ਤੇ ਉੱਤੇ, ਤੇ ਸਾਨੂੰ ਉਹਦਾ ਇਨਸਾਫ ਹਜੇ ਤੱਕ ਨਹੀਂ ਮਿਲਿਆ ਸੀ ਤੇ ਅੱਜ ਸਾਨੂੰ ਇਨਸਾਫ ਮਿਲਿਆ। ਤੇ ਅੱਜ ਸਾਰੀ ਸਿੱਖ ਕੌਮ ਨੂੰ ਦੇਖੋ, ਕੋਈ ਵੀ ਜਿਹਨੇ ਵੀ ਅੱਜ ਤੱਕ ਸਿੱਖੀ ਨੂੰ ਤੇ ਸਿੱਖਾਂ ਨੂੰ ਖਤਮ ਕਰਨ ਦੀ ਕੋਸ਼ਿਸ਼ ਕੀਤੀ ਉਹ ਆਪ ਖਤਮ ਹੋਇਆ ਤੇ ਅੱਜ ਉਹਦਾ ਹਸ਼ਰ ਦੇਖੋ। ਰਾਮ ਰਹੀਮ ਦਾ ਵੀ ਇਹੀ ਹੋਇਆ। ਉਹਨੇ ਜਿੰਨੇ ਵੀ ਗੁਨਾਹ ਕਰਤੇ ਸੀਗੇ ਉਹ ਕਿਤੇ ਨਾ ਕਿਤੇ ਮਾਫ ਹੋ ਸਕਦੇ ਸੀ, ਪਰ ਜਿਹਨੇ ਉਹਨੇ ਗੁਰੂ ਨਾਲ ਇਹ ਕੁਛ ਕੀਤਾ ਹੈ, ਗੁਰੂ ਦੀ ਬੇਅਦਬੀ ਕੀਤੀ ਹੈ ਉਹ ਬੰਦੇ ਨੇ ਤੇ ਉਹਦੇ ਜਿਹੜੇ ਚੇਲਿਆਂ ਨੇ, ਤੇ ਉਹਦਾ ਅੱਜ ਦੇਖ ਲਓ ਕੀ ਹਸ਼ਰ ਹੋ ਰਿਹਾ। ਅੱਜ ਉਹ ਉੱਥੇ ਬੈਠਾ ਸਲਾਰੀਆ ਜੇਲ੍ਹ ਦੇ। ਇਹ ਸਾਡੇ ਜਿਹੜਾ ਗੁਰੂ ਨਾਲ ਉਹਨੇ ਇਹ ਕੁਛ ਕੀਤਾ ਸੀ ਤਾਂ ਹੀ ਅੱਜ ਇਹ ਸਭ ਕੁਛ ਹੋਇਆ, ਤੇ ਇਹਦੇ ਨਾਲ ਬੜਾ ਕੁਛ ਹੋਣਾ ਹਜੇ, ਕਿਉਂਕਿ ਜਿਹੜਾ ਕਿ ਗੁਰੂ ਦਾ ਨਹੀਂ, ਜਿਹੜਾ ਸਾਡੇ ਅਸੀਂ ਇਹਨੇ ਵੀ ਸਾਰੇ ਧਰਮ ਇੱਕੋ ਜਿਹੇ, ਤੇ ਜਿਹੜੇ ਸਾਡੇ ਕੋਲੋਂ ਸਿੱਖਾਂ ਦੀਆਂ ਭਾਵਨਾ ਨੂੰ ਠੇਸ ਪਹੁੰਚੀ ਸੀ ਤੇ ਸਾਡੇ ਜਿਹੜੇ ਸਿੱਖਾਂ ਦੇ ਹਿਰਦੇ ਬਲੁੰਦਰੇ ਗਏ ਸੀ ਜਦੋਂ ਇਹਨੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕੀਤੀ ਸੀ, ਤੇ ਸਾਰੇ ਜਿਹੜੇ ਸਿੱਖ ਜਗਤ ਸੀ ਉਹ ਸੜਕਾਂ ਦੇ ਉੱਤੇ ਆ ਗਿਆ ਸੀਗਾ। ਤੇ ਅੱਜ ਸਾਨੂੰ ਉਹਦਾ ਇਨਸਾਫ ਮਿਲਿਆ। ਅਸੀਂ ਧੰਨਵਾਦ ਕਰਦੇ ਹਾਂ SIT ਦਾ, ਪੰਜਾਬ ਪੁਲਿਸ ਦਾ ਤੇ ਪੰਜਾਬ ਸਰਕਾਰ ਦਾ, ਜਿਨ੍ਹਾਂ ਨੇ ਇਹ ਜਿਹੜਾ ਅੱਜ ਸਾਨੂੰ ਇਨਸਾਫ ਦਿੱਤਾ। ਤੇ ਅਸੀਂ ਉਦੋਂ ਦੀ ਕਹਿ ਰਹੇ ਸੀ ਵੀ ਰਾਮ ਰਹੀਮ ਨੂੰ ਜਿਹੜਾ ਹੈਗਾ ਫੜ ਕੇ ਅੰਦਰ ਹੋਣਾ ਚਾਹੀਦਾ। ਜਦੋਂ ਇਹ CBI 'ਚ ਜਾ ਵੜਿਆ ਸੀ ਕੇਸ, ਤੇ ਉੱਥੇ ਠੰਡੇ ਬਸਤੇ 'ਚ ਪੈ ਗਿਆ ਸੀ। ਮੈਂ ਉਦੋਂ ਹਾਈ ਕੋਰਟ ਦੇ ਵਿੱਚ ਇੱਕ ਪਟੀਸ਼ਨ ਪਾਈ ਸੀ ਆਪਦੀ ਜਾਨ ਦੀ ਪਰਵਾਹ ਨਾ ਕਰਦੇ ਹੋਏ, ਤੇ ਮੈਂ ਉੱਥੇ ਪਟੀਸ਼ਨ ਪਾਈ ਵੀ ਇਹ ਜਿਹੜਾ ਹੈਗਾ ਰਾਮ ਰਹੀਮ 'ਤੇ ਪਰਚਾ ਦਰਜ ਕਰਕੇ ਇਹਨੂੰ ਪੰਜਾਬ ਲਿਆਂਦਾ ਜਾਵੇ, ਇਹਨੇ ਬੇਅਦਬੀ ਕਰਾਈ ਹੈ। ਤੇ ਉਦੋਂ ਫਿਰ ਮਾਨਯੋਗ ਹਾਈ ਕੋਰਟ ਨੇ ਇੱਕ ਜਿਹੜਾ ਸੀਗਾ ਉਹਦਾ ਦਿੱਤਾ ਸੀ, ਫੈਸਲਾ ਦਿੱਤਾ ਸੀ ਉਹਦੇ ਜਿਹੜੀ ਮੇਰੀ ਪਟੀਸ਼ਨ ਦੇ ਉੱਤੇ ਆਰਡਰ ਕੀਤੇ ਸੀ ਉਹਨਾਂ ਨੇ ਵੀ ਜਾ ਕੇ ਇਹਦੀ ਪੁੱਛ-ਦੱਸ ਸਨਾਰੀਆ ਜੇਲ੍ਹ 'ਚ ਕੀਤੀ ਜਾਵੇ। ਤੇ ਉੱਥੋਂ ਦੀ ਜਿਹੜੀ BJP ਦੀ ਸਰਕਾਰ ਦੀ ਮੂਲੀ ਭੁਗਤ ਹੋਣ ਕਰਕੇ ਉਹਨਾਂ ਨੇ ਪੁੱਛ-ਦੱਸ ਹੋਣ ਨਹੀਂ ਦਿੱਤੀ। ਤੇ ਅੱਜ ਜਿਹੜਾ 7 ਬੰਦੇ ਫੜੇ ਪਰਸੋਂ ਖਟੜਾ ਸਾਹਿਬ ਦੀ ਜਿਹੜੀ SIT ਨੇ, ਤੇ ਉਹਨਾਂ ਨੇ 2 ਦਿਨਾਂ ਦੇ ਵਿੱਚ ਉਹਨਾਂ ਤੋਂ ਸਾਰਾ ਕੁਝ ਉਗਾ ਲਿਆ ਤੇ ਸਾਰਾ ਕੁਝ ਪਤਾ ਲੱਗ ਗਿਆ। ਉਹਨੇ ਦੱਸਤਾ ਇੱਕ ਚੀਜ਼ ਵੀ ਇੱਥੋਂ ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਚੱਕ ਕੇ ਲਗਏ, ਇੱਥੇ ਅਸੀਂ ਜਾ ਕੇ ਉਹਨਾਂ ਦੇ ਜਿਹੜੇ ਸੀਗੇ ਗੁਰੂ ਗ੍ਰੰਥ ਸਾਹਿਬ ਨੂੰ ਰੱਖਿਆ, ਇੱਥੇ ਅਸੀਂ ਬੇਅਦਬੀ ਕੀਤੀ, ਉਹਨਾਂ ਦੇ ਅੰਗਾਂ ਦਾ ਜਿਹੜਾ ਸੀਗਾ ਬੇਅਦਬੀ ਕੀਤੀ ਇਹਨਾਂ ਨੇ। ਸਾਰੀ ਇੱਕ ਚੀਜ਼ ਉਹ ਮੰਨ ਕੇ ਉਹਨਾਂ ਨੇ ਦੱਸਿਆ ਵੀ ਸਾਥੋਂ ਇਹ ਰਾਮ ਰਹੀਮ ਨੇ ਕਰਾਇਆ। ਤੇ ਮੈਂ ਉਦੋਂ ਹੀ ਕਹਿ ਰਿਹਾ ਸੀ ਵੀ ਇਹ ਰਾਮ ਰਹੀਮ ਤੋਂ ਬਗੈਰ ਇਹ ਕੰਮ ਨਹੀਂ ਹੋ ਸਕਦਾ, ਕਿਉਂਕਿ ਜਿਹੜੀ 51 ਮੈਂਬਰੀ ਦਾ ਜਦੋਂ ਨਾਂ ਬੋਲਦਾ ਸੀ, ਜਦੋਂ ਉਹਨੇ ਪੋਸਟਰ ਲਾਤੇ ਸਭ ਕੁਛ, ਤੇ ਮੈਂ ਕਿਹਾ ਵੀ ਉਹਨਾਂ ਦੀ ਜ਼ਰੂਰਤ ਨਹੀਂ, ਵੀ ਉਹ ਇੱਕ ਪਿਆਦੇ ਆ, ਵੀ ਉਹ ਇਹ ਕੰਮ ਇਕੱਲੇ ਨਹੀਂ ਕਰ ਸਕਦੇ। ਤੇ ਉਹਨਾਂ ਨੂੰ ਜਿਹੜੀ 51 ਮੈਂਬਰੀ ਹੈ ਇਹ ਰਾਮ ਰਹੀਮ ਦੇ ਇਸ਼ਾਰੇ ਤੋਂ ਬਗੈਰ ਉੱਥੇ ਪੱਤਾ ਨਹੀਂ ਝੂਲਦਾ ਸੀ, ਉਹਨਾਂ ਦੀ ਜ਼ਰੂਰਤ ਨਹੀਂ ਸੀ ਵੀ ਉਹ ਮਾੜਾ ਜਿਹਾ ਕਦਮ ਵੀ ਪੱਟ ਜਾਣ। ਤੇ ਉਦੋਂ ਦਾ ਹੀ ਪਤਾ ਸੀਗਾ। ਤੇ ਮੈਨੂੰ ਬੜੀਆਂ ਧਮਕੀਆਂ ਦਿੱਤੀਆਂ ਇਹਨਾਂ ਨੇ, ਮੇਰੇ ਤੇ ਕੋਰਟ ਪੇ ਦੀ ਸਫਾਰੀ ਵੀ ਰੱਖੀ, ਪਰ ਅਸੀਂ ਆਪਦੇ ਗੁਰੂ ਦੇ ਬੱਚੇ ਹਾਂ, ਗੁਰੂ ਗੋਬਿੰਦ ਸਿੰਘ ਜੀ ਦੇ ਬੱਚੇ ਹਾਂ, ਗੁਰੂ ਗ੍ਰੰਥ ਸਾਹਿਬ ਨੂੰ ਅਸੀਂ ਮੰਨਣ ਵਾਲੇ ਹਾਂ, ਉਹਦੀ ਓਟ ਆਸਰੇ ਚੱਲਦੇ ਹਾਂ। ਤੇ ਮੈਂ ਆਪਦੇ ਪਰਿਵਾਰ ਦੀ ਪਰਵਾਹ ਨਾ ਕੀਤੀ ਮੈਂ ਹਾਈ ਕੋਰਟ 'ਚ ਪਾਇਆ। ਮੈਂ ਨਾ ਵੀ ਜਿਹੜੇ ਕਹਿੰਦੇ ਅਸੀਂ ਵੀ ਸਿੱਖ ਕੌਮ ਦੇ ਰਖਵਾਲੇ ਹਾਂ, ਜਿਹੜੇ ਕਹਿੰਦੇ ਵੀ ਅਸੀਂ ਪੰਥ ਦੇ ਨਾਂ 'ਤੇ ਵੋਟਾਂ ਲੈਂਦੇ ਹਾਂ, ਕਿਸੇ ਨੇ ਵੀ ਜਾ ਕੇ ਹਾਈ ਕੋਰਟ ਦੇ ਵਿੱਚ ਜਾ ਕੇ ਪਟੀਸ਼ਨ ਨਹੀਂ ਦਾਇਰ ਕੀਤੀ। ਤੇ ਹਰ ਇੱਕ ਬੰਦਾ ਜਿਹੜਾ ਰਾਜਨੀਤੀ ਸੋਚਦਾ ਸੀ, ਉਹਨਾਂ ਨੂੰ ਵੋਟਾਂ ਦਾ ਲਾਲਚ ਵੀ ਸੀਗਾ, ਤੇ ਉਹਨਾਂ ਨੂੰ ਇਹ ਵੀ ਸੀਗਾ ਵੀ ਸਾਡੀ ਜਾਨ ਨੂੰ ਵੀ ਖਤਰਾ, ਵੀ ਸਾਨੂੰ ਕੋਈ ਮਾਰ ਨਾ ਦੇਵੇ। ਤੇ ਮੈਂ ਪਰਵਾਹ ਨਾਲ ਦੋਨਾਂ ਚੀਜ਼ਾਂ ਨੂੰ ਦੇਖਦਾ ਹੋਇਆ ਮੈਂ ਪਰਵਾਹ ਨਹੀਂ ਕੀਤੀ, ਨਾ ਰਾਜਨੀਤੀ ਪਰੇ ਅਸੀਂ ਰੱਖ ਕੇ ਚੱਲੇ, ਅਸੀਂ ਇਹ ਪਰਵਾਹ ਨਹੀਂ ਕੀਤੀ ਰਾਜਨੀਤੀ ਦੀ, ਨਾ ਅਸੀਂ ਵੋਟਾਂ ਦੀ, ਤੇ ਨਾ ਹੀ ਅਸੀਂ ਜਿਹੜਾ ਸੀਗਾ ਆਪਦੀ ਮਤਲਬ ਕਿ ਜਾਨ ਦੀ ਪਰਵਾਹ ਕੀਤੀ ਤੇ ਆਪਦੇ ਪਰਿਵਾਰ ਦੀ ਪਰਵਾਹ ਕੀਤੀ। ਤੇ ਅੱਜ ਸਾਨੂੰ ਇਨਸਾਫ ਮਿਲਿਆ। ਅੱਜ ਸਾਨੂੰ ਜਿਹੜੀ ਹੈਗੀ ਸਾਡੇ ਅੱਜ ਸਾਨੂੰ ਅੰਦਰ ਆਦੇ ਜਿਹੜੀ ਹੈਗੀ ਸਾਨੂੰ ਅੱਜ ਖੁਸ਼ੀ ਮਹਿਸੂਸ ਹੋਈ ਅੱਜ ਸਾਨੂੰ। ਤੇ ਅੱਜ ਸਾਨੂੰ ਜਿਹੜੀ ਸਾਡੇ ਹਿਰਦਿਆਂ ਦੇ ਬਲੁੰਦਰੇ ਗਏ ਸੀ ਉਹਨਾਂ 'ਤੇ ਅੱਜ ਮਲਮ ਲੱਗੀ ਹੈ। ਤੇ ਮੈਂ ਪੂਰੀ ਜਿਹੜੀ ਦੁਨੀਆ ਦੇ ਵਿੱਚ ਸਿੱਖ ਸੰਗਤ ਬੈਠੀ ਆ,
मैं अज यही सारिਆਂ ਨੂੰ ਬੇਨਤੀ ਕਰਦਾ ਵੀ ਆਪਾਂ ਇਹੋ ਜਿਹੇ ਬੰਦੇ ਜਿਹੜੇ ਹੈਗੇ ਆ ਇਹ ਆਪਾਂ ਅੱਗੇ ਵੀ ਵੱਧ ਤੋਂ ਵੱਧ ਆਪਾਂ ਲੋਕਾਂ ਨੂੰ ਆਪਦਿਆਂ ਨੂੰ ਕਹੀਏ ਵੀ ਇਹੋ ਜਿਹੇ ਬੰਦੇ ਦਾ ਕੋਈ ਕਦੇ ਮਤਲਬ ਕਿ ਸਾਥ ਨਾ ਦੇ ਜਿਹੜੇ ਅੱਜ ਵੀ ਇਹਦੇ ਚੇਲੇ ਚਪਟੇ ਆ ਤੇ ਰਾਮ ਰਹੀਮ ਦਾ ਆਪਾਂ ਨੂੰ ਬਾਈਕਾਟ ਕਰਨਾ ਚਾਹੀਦਾ ਸਾਰੇ ਸਮਾਜ ਨੂੰ ਇਹ ਜੇ ਬੰਦਿਆਂ ਦਾ ਤੇ ਇਹਨਾਂ ਦੇ ਜਿਹੜੇ ਮੈਂ ਨਾ ਵੀ ਅੱਜ ਵੀ ਬਾਜ ਆ ਜਾਓ ਜਿਹੜੇ ਅੱਜ ਇਹਨਾਂ ਦੇ ਨਾਲ ਹੈ ਉਹ ਛੱਡ ਦਿਓ ਤੁਸੀਂ ਨਾ ਇਹਦੇ ਝੂਠੇ ਝਾੜਿਆਂ 'ਚ ਲਓ ਉਹੀ ਬੰਦੇ ਦੇ ਨਾਲ ਹੈ ਜਿਨ੍ਹਾਂ ਨੂੰ ਉੱਥੋਂ ਕਮਾਈ ਆਉਂਦੀ ਸੀਗੀ ਤੇ ਜਿਹੜੇ ਹਜੇ ਵੀ ਉਹਨਾਂ ਦੇ ਨਾਲ ਹੈ ਜਾਂ ਉਹਦੇ ਰਿਸ਼ਤੇਦਾਰ ਜਾਂ ਉਹ ਉਹਨਾਂ ਦਾ ਸਾਰਿਆਂ ਨੂੰ ਆਪਾਂ ਨੂੰ ਬਾਈਕਾਟ ਕਰਨਾ ਚਾਹੀਦਾ ਸਮਾਜਿਕ ਤੌਰ ਦੇ ਉੱਤੇ ਤੇ ਰਾਮ ਰਹੀਮ ਦਾ ਬਾਈਕਾਟ ਕਰਨਾ ਚਾਹੀਦਾ ਜਿਹਨੇ ਕਿ ਐਡੀ ਵੱਡੀ ਜਿਹੜੀ ਸੀਗੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਕੇ ਉਹ ਕਿਸੇ ਧਰਮ ਦਾ ਨਹੀਂ ਉਹਨੂੰ ਪਿੱਛੋਂ ਪਾਕਿਸਤਾਨ ਤੋਂ ਏਜੰਸੀਆਂ ਕੰਮ ਕਰਾ ਰਹੀਆਂ ਸੀ ਕੌਣ ਕਰਾ ਰਿਹਾ ਸੀਗਾ ਤੇ ਮੈਂ ਨਾ ਵੀ ਉਹਨੇ ਸੋਚ ਕੇ ਵੀ ਬੰਦੇ ਦੇ ਲੂੰ ਕੰਡੇ ਖੜੇ ਹੋ ਜਾਂਦੇ ਸੋਚ ਕੇ ਵੀ ਇਹ ਗੱਲ ਤੇ ਉਹਨੇ ਕਿਵੇਂ ਐਡੀ ਵੱਡੀ ਗੱਲ ਨੂੰ ਉਹਨੇ ਕੀਤਾ ਤੇ ਫਿਰ ਉਹਨੇ ਮੌਡ ਬੰਬ ਬਲਾਸਟ ਕਰਾਇਆ ਉਸ ਬੰਦੇ ਨੇ ਉਹਦਾ ਵੀ ਜਿਹੜੀ SIT ਨੇ ਉਹਦਾ ਜਿਹੜਾ ਕੱਢਿਆ ਉਹਦੇ ਵਿੱਚ ਵੀ ਉਹਦੇ ਜਿਹੜੇ ਅਮਰੀਕ ਤੇ ਕਾਲੇ ਵਰਗਿਆਂ ਨੇ ਤੇ ਉਦੋਂ ਰਾਮ ਰਹੀਮ ਨੇ ਉਹਨੂੰ ਬੰਬ ਬਲਾਸਟ ਕਰਾਇਆ ਉਹਦੇ 7 ਬੰਦੇ ਵਿਚਾਰੇ ਬੇਗੁਨਾਹ ਮਾਰੇ ਗਏ ਸੀਗੇ ਤੇ ਜਿਹੜੇ 22 ਬੰਦੇ ਅੱਜ ਜਿਹੜੇ ਫੱਟੜ ਹੋ ਗਏ ਸੀ ਉਹਦੇ ਵਿੱਚੋਂ ਅੱਜ ਵੀ ਇਹ ਜਿਹੇ ਵਿਚਾਰੇ ਜਿਹੜੇ ਮੰਜਿਆਂ ਤੇ ਨਾ ਜਿਉਂਦੇ ਆ ਨਾ ਮਰਦੇ ਆ ਤੇ ਉਹ ਬੰਦੇ ਵੀ ਅੱਜ ਵਿਚਾਰੇ ਉੱਥੇ ਪਏ ਆ ਤੇ ਮੈਂ ਨਾ ਵੀ ਇਹ ਜਿਹੇ ਬੰਦੇ ਦਾ ਮਤਲਬ ਕਿ ਇਹ ਜਿਹੇ ਬੰਦੇ ਨੂੰ ਫਾਂਸੀ ਲੱਗਣੀ ਚਾਹੀਦੀ ਹੈ ਤੇ ਅੱਜ ਇਹਨੂੰ ਮੈਂ ਸਰਕਾਰ ਨੂੰ ਬੇਨਤੀ ਕਰਦਾ ਵੀ ਇਹਨੂੰ ਲਿਆ ਕੇ ਇੱਥੇ ਪੰਜਾਬ ਦੇ ਵਿੱਚ ਤੋਂ ਸਖਤੀ ਨਾਲ ਪੁੱਛ ਦੱਸ ਹੋਵੇ ਕਿਉਂਕਿ ਹਰਿਆਣੇ 'ਚ ਕਿਸੇ ਨੇ ਪੁੱਛ ਦੱਸ ਨਹੀਂ ਹੋਣ ਦੇਣੀ ਇੱਥੋਂ ਕਿਉਂਕਿ ਉੱਥੋਂ ਦੀ ਜਿਹੜੀ ਸਰਕਾਰ ਹੈ ਉਹਦੇ ਨਾਲ ਮਿਲੀ ਹੋਈ ਹੈ ਜਦੋਂ ਇੱਥੇ ਲਿਆਂਦਾ ਜਾਊਗਾ ਇੱਥੋਂ ਸਖਤੀ ਨਾਲ ਸਾਡੀ ਪੰਜਾਬ ਪੁਲਿਸ ਤੋਂ ਜਦੋਂ ਸਾਰਾ ਕੁਝ ਅਗਲਾਊਗੀ ਸਭ ਕੁਝ ਬੋਲੂਗਾ ਇਹ ਤੇ ਇਹਦੇ ਤਾਂ ਜਿਹੜੇ ਪ੍ਰੂਫ ਹੈ ਤਕੜੇ ਕਰਕੇ ਅਸੀਂ ਹਾਈ ਕੋਰਟ ਦੇ ਵਿੱਚ ਤੇ ਕੋਰਟ ਦੇ ਥਰੂ ਇਹਨੂੰ ਜਾ ਕੇ ਮੈਂ ਨਾ ਵੀ ਫਾਂਸੀ ਹੋਣੀ ਚਾਹੀਦੀ ਹੈ ਜੇ ਬੰਦਿਆਂ ਨੂੰ ਤੇ ਜਿਹੜਿਆਂ ਦਾ ਸਾਥ ਦਿੱਤਾ ਹੋਰ ਵੀ ਨਿਕਲਣ ਸਭ 'ਤੇ ਜਿਹੜੀ ਕਾਰਵਾਈ ਹੋਣੀ ਚਾਹੀਦੀ ਚਾਹੇ ਕੋਈ ਵੀ ਹੈ ਉਹ ਜੇ ਬੰਦੇ ਨੂੰ ਬਖਸ਼ਿਆ ਨਹੀਂ ਜਾਣਾ ਚਾਹੀਦਾ ਜਿਹੜਾ ਸਾਡਾ ਗੁਰੂ ਦਾ ਦੋਸ਼ੀ ਹੈ ਸਾਡੇ ਜਿਹਨੇ ਸਾਡੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਾਈ ਹੈ ਤੇ ਇਸ ਕਰਕੇ ਇਹਨੇ ਹਮੇਸ਼ਾ ਹੀ ਜਦੋਂ ਵੀ ਤੁਸੀਂ ਦੇਖ ਲਓ ਇਹਨੇ 2007 ਦੇ ਵਿੱਚ ਗੁਰੂ ਗੋਬਿੰਦ ਸਿੰਘ ਜੀ ਦੀ ਵਸਤਰ ਪਾ ਕੇ ਇਹਨੇ ਆਪਦੇ ਆਪ ਨੂੰ ਗੁਰੂ ਸਮਝਦਾ ਸੀ ਆਪਦੇ ਆਪ 'ਚ ਕਹਿੰਦਾ ਸੀ ਮੇਰੇ 'ਚ ਗੁਰੂ ਗੋਬਿੰਦ ਸਿੰਘ ਜੀ ਦਿਖਦੇ ਆ ਮੇਰੇ 'ਚ ਆਉਂਦੇ ਆ ਤਾਂ ਇਹ ਲੋਕਾਂ ਨੂੰ ਗੁੰਮਰਾਹ ਕਰਦਾ ਸੀ ਵੀ ਤੂੰ ਤਾਂ ਉਹਨਾਂ ਦੇ ਪੈਰ ਵਰਗਾ ਵੀ ਨਹੀਂ ਤੂੰ ਮਤਲਬ ਕਿ ਉਹਨਾਂ ਦਾ ਬਰਾਬਰੀ ਕਰਨ ਨੂੰ ਬੈਠਾ ਸੀ ਜਿਹੜਾ ਬੰਦਾ ਤੇ ਹਰ ਇੱਕ ਚੀਜ਼ ਆਦੇ ਜਿਹੜਾ ਉਹਦਾ ਪਰਿਵਾਰ ਸੀ ਉਹਨਾਂ ਨੂੰ ਇਹ ਸਾਹਿਬਜ਼ਾਦੇ ਕਹਿੰਦਾ ਸੀ ਆਦੀ ਮਾਤਾ ਨੂੰ ਮਾਤਾ ਕਹਿੰਦਾ ਸੀ ਸਾਰੀਆਂ ਉਹਦੀ ਬਰਾਬਰੀ ਕਰਨ ਨੂੰ ਗੁਰੂ ਗੋਬਿੰਦ ਸਿੰਘ ਜੀ ਦੀ ਬੈਠਾ ਸੀ ਤਾਂ ਕਿ ਵੀ ਲੋਕ ਸਾਡੇ ਗੁਰੂਆਂ ਨੂੰ ਛੱਡ ਕੇ ਗੁਰੂ ਗ੍ਰੰਥ ਸਾਹਿਬ ਨੂੰ ਛੱਡ ਕੇ ਤੇ ਮੇਰੇ ਨਾਲ ਜੁੜ ਜਾਣ ਇਹਨੂੰ ਅਸੀਂ ਵੀ ਸਿੱਖਾਂ ਨੂੰ ਮੈਂ ਜੋੜਨਾ ਇਹ ਹਿੰਦੂਆਂ ਨਾਲ ਮੇਰੇ ਭਾਈ ਉਹਨਾਂ ਨਾਲ ਕਰ ਰਿਹਾ ਸੀਗਾ ਜਿਹੜੇ ਕਿ ਮੁਸਲਿਮ ਭਾਈਚਾਰੇ ਨਾਲ ਸਾਰਿਆਂ ਨਾਲ ਇਹ ਕਰਦਾ ਸੀ ਇਹਨੂੰ ਇਹ ਸੀ ਵੀ ਨਾ ਇਹ ਕਹਿੰਦਾ ਹੁੰਦਾ ਹਿੰਦੂਆਂ ਨੂੰ ਵੀ ਤੁਸੀਂ ਐਵੇਂ ਪੱਥਰਾਂ ਨੂੰ ਪੂਜ ਰਹੇ ਹੋ ਮੂਰਤੀਆਂ ਨੂੰ ਪੂਜ ਰਹੇ ਹੋ ਤੁਸੀਂ ਮੈਨੂੰ ਪੂਜੋ ਮੈਂ ਸਾਕਸ਼ਾਤ ਭਗਵਾਨ ਹੈ ਤੇ ਇਹ ਮੈਂ ਨਾ ਵੀ ਹਮੇਸ਼ਾ ਹੀ ਇਹ ਹਿੰਦੂਆਂ ਦਾ ਵੀ ਮੁਸਲਮਾਨਾਂ ਦਾ ਵੀ ਸਿੱਖਾਂ ਦਾ ਵੀ ਹਰ ਇੱਕ ਦਾ ਇਹ ਜਿਹੜਾ ਹੈਗਾ ਦੋਸ਼ੀ ਬੰਦਾ ਇਹ ਤੇ ਇਹਦੇ ਜਿਹੜੇ ਨਾਲ ਦੀ ਜਿਹੜੇ ਸਾਥ ਦਿੰਦੇ ਸੀ ਉਹ ਦੋਸ਼ੀ ਹੈ ਤੇ ਇਹਨਾਂ ਦਾ ਆਪਾਂ ਨੂੰ ਤਾਂ ਹੀ ਅੱਜ ਸਮਾਜੀ ਬਾਈਕਾਟ ਜਦੋਂ ਆਪਾਂ ਕਰਾਂਗੇ ਕਿਉਂਕਿ ਇਹਨਾਂ ਨੂੰ ਫਿਰ ਪਤਾ ਲੱਗੂਗਾ ਗਾਂ ਜਿਹੜੇ ਹੋਰ ਬੰਦੇ ਇਹ ਜੇ ਕੋਈ ਇਹੋ ਜਿਹਾ ਕਾਨੂੰਨੀ ਹਰਕਤ ਨਾ ਕਰਨ ਤਾਂ ਕਿ ਜਿਹੜੀ ਬਚਤ ਰਹੇ ਇਸ ਕਰਕੇ ਅੱਜ ਅਸੀਂ ਬਹੁਤ ਵੱਡਾ ਅੱਜ ਸਾਡੇ ਸਿੱਖੀ ਵਾਸਤੇ ਸਿੱਖਾਂ ਵਾਸਤੇ ਜਿਹੜਾ ਅੱਜ ਦਾ ਦਿਨ ਸੀ ਜਿਹਦੇ 'ਚ ਅੱਜ ਪਤਾ ਲੱਗ ਸਕਿਆ ਜਿਹੜੀ ਸਾਨੂੰ ਬੜੇ ਚਿਰ ਤੋਂ ਉਡੀਕ ਸੀ ਅੱਜ 5 ਸਾਲ ਹੋ ਗਏ ਵੀ ਇਹ ਕਿਹਨੇ ਕਰਾਇਆ ਇਹਦੀ ਜਿਹੜੀ ਉਡੀਕ ਸੀ ਅੱਜ ਉਹ ਅੱਜ ਸਾਨੂੰ ਅੱਜ ਮਤਲਬ ਕਿ ਇਹ ਤੋਂ ਪਤਾ ਲੱਗ ਗਿਆ ਵੀ ਇਹ ਬੰਦੇ ਨੇ ਕਰਾਇਆ ਹੁਣ ਸਾਰੀ ਚੀਜ਼ ਗੱਲ ਰਾਹ ਪੈ ਜੂਗੀ ਜਦੋਂ ਇਹਨੂੰ ਲਿਆਂਦਾ ਤਾਂ ਪਤਾ ਲੱਗ ਜਾਣਾ ਹਰ ਇੱਕ ਚੀਜ਼ ਦਾ ਵੀ ਇਹ ਕਿਉਂ ਕੀਤਾ ਸੀ ਤੂੰ ਤੇ ਇਹ ਸਾਰੀ ਚੀਜ਼ ਜਿਹੜੀ ਇਹਦੇ ਜਦੋਂ ਅਗਲਾਇਆ ਜਾਊਗਾ ਇੱਥੇ ਬੁਲਾ ਕੇ ਤੇ ਜਦੋਂ ਇੰਟਰੋਗੇਟ ਕੀਤਾ ਤਾਂ ਆ ਕੇ ਸਾਨੂੰ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਸਾਡੇ ਸਾਹਮਣੇ ਆਉਣਾ ਚਾਹੀਦਾ ਵੀ ਉਹਨੇ ਕਿਉਂ ਇਹ ਚੀਜ਼ਾਂ ਕੀਤੀਆਂ ਤੇ ਕਿਉਂ ਇਹਦੇ ਚੇਲੇ ਚਪਟਿਆਂ ਨੇ ਕੀਤੀਆਂ ਤੇ ਕਿਉਂ ਸਾਡੇ ਗੁਰੂ ਦੀ ਬੇਅਦਬੀ ਕੀਤੀ ਇਹ ਸਾਰੀਆਂ ਗੱਲਾਂ ਨਿਕਲਣੀਆਂ ਚਾਹੀਦੀਆਂ ਤੇ ਮੈਂ ਨਾ ਸਾਰੀਆਂ ਪਾਰਟੀਆਂ ਨੂੰ ਬੇਨਤੀ ਕਰਦਾ ਮੈਂ ਜਿਹੜੀ ਜਿੰਨੇ ਵੀ ਸਾਰੇ ਜਥੇਦਾਰ ਅਕਾਲ ਤਖਤ ਦੇ ਜਥੇ ਸਾਹਿਬ ਨੂੰ ਵੀ ਹੱਥ ਜੋੜ ਕੇ ਬੇਨਤੀ ਕਰਦਾ ਵੀ ਤੁਸੀਂ ਇਹਦਾ ਜਿਹੜਾ ਹੈਗਾ ਉੱਥੋਂ ਅਕਾਲ ਤਖਤ ਸਾਹਿਬ ਤੋਂ ਇਹ ਬੰਦੇ ਦਾ ਬਾਈਕਾਟ ਕਰੋ ਨਾਲ ਇਹਦੇ ਜਿਹੜੇ ਜਿੰਨੇ ਵੀ ਇਹਦੇ ਚੇਲੇ ਚਪਟੇ ਦੇ ਨਾਲ ਉਹਨਾਂ ਸਭ ਦਾ ਸਮਾਜਿਕ ਬਾਈਕਾਟ ਹੋਣਾ ਚਾਹੀਦਾ ਉਹਨਾਂ ਨੂੰ ਵੀ ਮੈਂ ਬੇਨਤੀ ਕਰਦਾ ਜੇ ਅਸੀਂ ਅੱਜ ਸਿੱਖੀ ਨੂੰ ਸਾਡੀ ਨੂੰ ਕਿਉਂਕਿ ਗਾਹ ਨੂੰ ਸਾਡੇ ਸਿੱਖ ਤੇ ਸਿੱਖੀ ਕੰਨੀ ਸਾਡੇ ਕੰਨੀ ਕੋਈ ਝਾਕੇ ਵੀ ਨਾ ਇਹ ਜਿਹਾ ਬੰਦਾ ਜਿਹੜਾ ਗਲਤ ਅਨਸਰ ਹੈ ਤਾਂ ਪਤਾ ਲੱਗ ਜੇ ਸਭ ਨੂੰ ਤੇ ਜਿਹੜੇ ਮੈਂ ਕਿਹਾ ਮਤਲਬ ਕਿ ਰੋਜ਼ ਪੰਥਕ ਜਿਹੜੇ ਪ੍ਰਚਾਰਕ ਹੈ ਉਹ ਵੀ ਜਿਹੜਾ ਹੈਗਾ ਉਹਨਾਂ ਨੂੰ ਵੀ ਇਹੀ ਸਾਡੀ ਬੇਨਤੀ ਆ ਵੀ ਉਹ ਵੀ ਜਿਹੜਾ ਇਹ ਇਸ ਗੱਲ ਨੂੰ ਉਠਾਉਣ ਸਾਰੇ ਇਕੱਠੇ ਹੋ ਕੇ ਸਾਰੀਆਂ ਪਾਰਟੀਆਂ ਇਕੱਠੀਆਂ ਹੋ ਕੇ ਅਕਾਲੀ ਦਲ ਨੂੰ ਚਾਹੀਦਾ ਵੀ ਜਾ ਕੇ ਦਿੱਲੀ ਗੱਲ ਕਰਨ ਵੀ ਉਹ ਭਾਈ ਜਿਹੜੀ ਹਰਿਆਣੇ ਦੀ BJP ਦੀ ਸਰਕਾਰ ਹੈ ਉਹ ਕੋਈ ਰੋੜਾ ਨਾ ਡਾਊਨ ਹੋਣ ਜਿਵੇਂ ਉਹਨਾਂ ਨੇ ਪਹਿਲਾਂ ਰੋੜਾ ਡਾਤਾ ਸੀ ਇੱਕ ਵਾਰੀ CBI ਨੂੰ ਭੇਜਤਾ ਫਿਰ ਉਹਨਾਂ ਨੇ ਜਦੋਂ ਪੁੱਛ ਦੱਸ ਕਰਨ ਵਾਸਤੇ ਗਏ ਉਦੋਂ ਪੁੱਠਾ ਮੋੜ ਦਿੰਦੇ ਆ ਵੀ ਇਹਨੂੰ ਤਾਂ ਸਿਕਿਉਰਿਟੀ ਦਾ ਖਤਰਾ ਹੈ ਜੀ ਇਹਨੂੰ ਆਏ ਆ ਤੇ ਇਹ ਚੀਜ਼ਾਂ ਨੂੰ ਹੁਣ ਨਾ ਕਰੋ ਮੇਰੇ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਹੈ ਜੇ ਤੁਸੀਂ ਇਹ ਚੀਜ਼ ਨੂੰ ਕੱਢਣਾ ਹੁਣ ਗੱਲ ਰਾਹ ਪੈ ਗਈ ਹੁਣ ਸਾਰੀ ਗੱਲ ਨਿਕਲ ਆਈ ਤੇ ਹੁਣ ਅੱਗੇ ਸਾਰੀ ਜਿਹੜੀ ਹੋਰ ਰਹਿੰਦੀ ਹੈ ਉਹ ਸਾਰੀ ਜਿਹੜੀ ਹੈਗੀ ਇੱਕ ਚੀਜ਼ ਨਿਕਲ ਆਵੇ ਤਾਂ ਕਿ ਪੂਰੀ ਦੁਨੀਆ ਦੀ ਜਿਹੜੀ ਸਿੱਖ ਕੌਮ ਨੂੰ ਹੈ ਬੜੇ ਚਿਰ ਤੋਂ ਉਡੀਕ ਹੈ
ਉਹਨਾਂ ਦੀ ਜੇ ਡੀਕ ਪੂਰੀ ਹੋ ਜੇ, ਪਤਾ ਲੱਗ ਜੇ ਵੀ ਇਹ ਦੋਸ਼ੀ ਸਾਰੇ, ਇਹਦੇ ਪਿੱਛੇ ਹੋਰ ਕੌਣ ਸੀ, ਹੁੰਦਾ ਇਹ ਤਾਂ ਪਤਾ ਹੀ ਲੱਗ ਗਿਆ ਵੀ ਰਾਮ ਰਹੀਮ ਹੈ, ਇਹਦੇ ਨਾਲ ਹੋਰ ਕੌਣ ਸੀ, ਕਿੱਥੋਂ ਸਾਜ਼ਿਸ਼ ਸੀ, ਕਿੱਥੋਂ ਘੜੀ ਗਈ ਹੈ, ਹਰ ਇੱਕ ਚੀਜ਼ ਇਹ ਪਤਾ ਲੱਗਣੀ ਚਾਹੀਦੀ ਹੈ। ਤੇ ਤਾਂ ਕਿ ਇਹਨੂੰ ਜਿਹੜੀ ਸਖਤ ਤੋਂ ਸਖਤ ਸਜ਼ਾ ਹੋਵੇ। ਸਜ਼ਾ ਅਸੀਂ ਤਾਂ ਹੀ ਦਿਵਾਵਾਂਗੇ ਜੇ ਸਾਰੇ ਇਕੱਠੇ ਹੋਵਾਂਗੇ ਪਾਰਟੀਆਂ, ਤੇ ਸਾਰੇ ਇੱਕ ਦੂਜੇ ਦਾ ਆਪਾਂ ਜਾ ਕੇ ਉੱਥੇ ਸਾਥ ਦੇਵਾਂਗੇ। ਰਾਜਨੀਤੀ ਨੂੰ ਛੱਡ ਦਿਓ ਇਸ ਚੀਜ਼ ਤੇ, ਨਾ ਰਾਜਨੀਤੀ ਕਰੀਏ ਆਪਾਂ, ਕਿਉਂਕਿ ਜਿਹਦੇ ਗੁਰੂ ਦੀ ਓਟ ਦੇ ਥੱਲੇ ਆਪਾਂ ਚੱਲਣਾ ਹੈ, ਜਿਹੜੇ ਗੁਰੂ ਤੋਂ ਬਗੈਰ ਆਪਾਂ ਕੱਖ ਦੇ ਵੀ ਨਹੀਂ। ਤੇ ਜੇ ਗੁਰੂ ਦੀ ਆਪਾਂ ਗੁਰੂ ਸਾਹਿਬ ਦੀ ਜਿਹੜੀ ਆਪਣੇ ਪਿਓ ਦੀ ਆਪਣੇ ਦੀ ਬੇਅਦਬੀ ਹੋਈ ਹੈ, ਤੇ ਜੇ ਆਪਾਂ ਉਹਦੀ ਸਜ਼ਾ ਨਾ ਆਪਾਂ ਉਹਨੂੰ ਦਵਾ ਸਕੇ, ਤੇ ਲੱਖ ਲਾਹਨਤ ਆਪਣੇ ਜਿਹੜਾ ਇੱਥੇ ਜਨਮ ਲੈਣ ਦੇ। ਤੇ ਜੇ ਆਪਾਂ ਨੂੰ ਗੁਰੂ ਸਾਹਿਬ ਨੇ ਸਾਰਾ ਕੁਝ ਦਿੱਤਾ ਹੈ, ਇੱਕ ਚੀਜ਼ ਗੁਰੂ ਸਾਹਿਬ ਦੀ ਆਪਾਂ ਨੂੰ ਦਿੱਤੀ ਹੋਈ ਬਖਸ਼ੀ ਹੋਈ ਚੀਜ਼ ਹੈ, ਤੇ ਜੇ ਆਪਾਂ ਇੱਥੇ ਵੀ ਰਾਜਨੀਤੀ ਕਰਾਂਗੇ ਤੇ ਫਿਰ ਆਪਾਂ ਬਚਣਾ ਨਹੀਂ ਮੇਰੇ ਭਰਾਵੋ। ਫਿਰ ਤੁਸੀਂ ਇੱਥੇ ਤੁਹਾਡਾ ਹਸ਼ਰ ਦੇਖ ਲਓ ਕੀ ਹੋਣਾ। ਇਸ ਕਰਕੇ ਜਿਵੇਂ ਹੁਣ ਰਾਮ ਰਹੀਮ ਦਾ ਹਸ਼ਰ ਹੋਇਆ, ਇਹ ਪਤਾ ਲੱਗ ਗਿਆ ਵੀ ਜਿਹਨੇ ਵੀ ਸਿੱਖੀ ਨਾਲ ਤੇ ਮਤਲਬ ਕਿ ਸਾਡੇ ਗੁਰੂ ਗ੍ਰੰਥ ਸਾਹਿਬ ਜੀ ਨਾਲ ਕਿਸੇ ਨੇ ਵੀ ਕੋਈ ਬੁਰਾ ਚਾਹਿਆ, ਉਹਦਾ ਆਪਦਾ ਬੁਰਾ ਹੋਇਆ। ਤੇ ਉਹ ਸਿੱਖੋ ਸਾਡੀ ਕੌਮ ਉਵੇਂ ਜ਼ਿਕਰ ਅੱਜ ਵੀ ਸਦਾ ਬਹਾਰ ਕਾਇਮ ਰਹੂਗੀ ਤੇ ਸਦਾ ਦਾ ਰਹਿੰਦੀ ਆਈ ਹੈ। ਸ਼੍ਰੋਮਣੀ ਕਮੇਟੀ ਨੇ ਇਹਨਾਂ ਨੂੰ ਮਾਫ ਕਰ